गुरु साहब ने एक सवाल किया शेख इब्राहिम ने, कहते पातशाह की कोई इवें दी तलवार हो सकती है? वो अपनी धार्मिक परंपरा चो गल करता है। जिस तरह पहले मैं भंगर नाथ की गल की सी ना, हर बंदा जो किसी के बारे गल करता है वो अपन तुरियां आउंदियां परंपरावां दे विचों सवाल पैदा करता है। उसने सवाल किया, कहंदा कि साडे दीन दे विच जदों जीव नूं ज़िबा किया जाता है, हलाल किया जाता है, कलमा पढ़िया जाता है। कलमा पढ़ के जेकर असी जीव नूं ਉਹਦੇ ਮਾਸ ਨੂੰ ਖਾ ਲਈਏ ਤੇ ਉਹ ਹਲਾਲ ਹੈ, ਜੇਕਰ ਉਸ ਕਿਰਿਆ ਦੇ ਦੌਰਾਨ ਕਲਮਾ ਨਾ ਪੜਿਆ ਜਾਵੇ ਤੇ ਉਹ ਮਾਸ ਹਰਾਮ ਹੈ, ਅਸੀਂ ਖਾ ਨਹੀਂ ਸਕਦੇ। ਕਹਿੰਦਾ ਸਵਾਲ ਇਹ ਹੈ ਕਿ ਮਨੁੱਖ ਦਾ ਮਾਸ ਤਾਂ ਕਿਸੇ ਹੱਦ ਦੇ ਵਿੱਚ ਵੀ ਹਲਾਲ ਨਹੀਂ ਹੈ, ਕਲਮਾ ਪੜ੍ਹ ਕੇ ਵੀ ਹਲਾਲ ਨਹੀਂ ਤੇ ਬਿਨਾਂ ਪੜ੍ਹਿਆ ਵੀ ਹਲਾਲ ਨਹੀਂ। ਕੀ ਕੋਈ ਐਸੀ ਤਲਵਾਰ ਹੈ ਕਿ ਮਨੁੱਖ ਨੂੰ ਹਲਾਲ ਕੀਤਾ ਜਾ ਸਕੇ? ਇੱਕ ਸਵਾਲ ਹੈ, ਕੀ ਕੋਈ ਐਸੀ ਤਲਵਾਰ ਹੈ ਕਿ ਮਨੁੱਖ ਨੂੰ ਹਲਾਲ ਕੀਤਾ ਜਾ ਸਕੇ? ਉਹ ਕਤਲ ਵੀ ਹੋਵੇ, ਉਹ ਕਤਲ ਕੀਤਾ ਹੋਇਆ ਹੋਵੇ ਵੀ ਹਲਾਲ ਤੇ ਉਹਦੇ ਵਿੱਚੋਂ ਖੂਨ ਵੀ ਨਿਕਲੇ। ਪਾਤਸ਼ਾਹ ਕਹਿੰਦੇ ਬਿਲਕੁਲ, ਕਹਿੰਦੇ ਇੰਜ ਕੀਤਾ ਜਾ ਸਕਦਾ। ਕਹਿੰਦੇ ਨੇ ਕਿ ਇੱਕ ਤਲਵਾਰ ਸੱਚ ਦੀ ਤਿਆਰ ਕੀਤੀ ਜਾਵੇ। ਸੱਚ ਕੀ ਕਾਤੀ ਸੱਚ ਸਭ ਸਾਰ। ਕਹਿੰਦੇ ਸੱਚ ਦਾ ਲੋਹਾ ਲੈ ਲਓ, ਸਾਰ ਲੋਹੇ ਨੂੰ ਕਿਹਾ ਜਾਂਦਾ ਹੈ। ਸੱਚ ਦਾ ਲੋਹਾ ਲੈ ਲਓ, ਸੱਚ ਸਭ ਸਾਰ, ਘਾੜਤ ਤਿਸਕੀ ਅਪਰਪਾਰ। ਫਿਰ ਬੜੇ ਪਿਆਰ ਦੇ ਨਾਲ ਉਸ ਤਲਵਾਰ ਨੂੰ ਤਿਆਰ ਕਰੋ, ਸੱਚ ਦਾ ਲੋਹਾ ਲੈ ਕੇ, ਸੱਚ ਲੈ ਕੇ ਇੱਕ ਤਲਵਾਰ ਨੂੰ ਤਿਆਰ ਕਰੋ। ਘਾੜਤ ਤਿਸਕੀ ਅਪਰਪਾਰ। ਫਿਰ ਸ਼ਬਦੇ ਸਾਣ ਰਖਾਈ ਲਾਏ, ਫਿਰ ਸ਼ਬਦ ਦੀ ਸਾਣ ਦੇ ਨਾਲ ਤਿੱਖਿਆ ਕਰੋ। ਫਿਰ ਗੁਣ ਕੇ ਥੈਕੇ ਵਿੱਚ ਸਮਾਏ, ਥੈਕਾ ਮਿਆਨ ਨੂੰ ਕਿਹਾ ਜਾਂਦਾ ਹੈ ਉੱਥੋਂ ਦੀ ਭਾਸ਼ਾ 'ਚ। ਫਿਰ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਿਓ, ਤਿਸਕਾ ਕੁੱਠਾ ਹੋਵੇ ਸ਼ੇਖ। ਫਿਰ ਉਸ ਸ਼ਬਦ ਦੀ ਤਲਵਾਰ ਦਾ ਵਾਰ ਕਰਕੇ ਵੇਖੋ, ਉਹ ਹਲਾਲ ਹੋਵੇਗਾ। ਲੱਭ ਲਹੂ ਇਕੱਠਾ ਦੇਖ ਨਿਕੱਠਾ ਨਿਕਲ ਜਾਣਾ। ਤੇ ਫਿਰ ਸ਼ੇਖ ਵੇਖੀ ਉਸ ਸ਼ਬਦ ਦੀ ਤਲਵਾਰ ਦਾ ਵਾਰ ਕਰਕੇ ਬੰਦੇ ਦੇ ਸਰੀਰ ਦੇ ਵਿੱਚੋਂ ਹੰਕਾਰ ਤੇ ਲੋਭ ਦਾ ਸਾਰਾ ਖੂਨ ਨਿਕਲ ਜਾਵੇਗਾ। ਕਹਿੰਦੇ ਕਤਲ ਹਲਾਲ ਹੋਵੇਗਾ। ਕਹਿੰਦੇ ਨੇ ਇਹ ਕਤਲ ਹਲਾਲ ਹੋਵੇਗਾ। ਹੁਣ ਗੁਰੂਦੇਵ ਪਾਤਸ਼ਾਹ ਨੇ ਸਾਨੂੰ ਤੇ ਇਹ ਬਖਸ਼ਿਸ਼ਾਂ ਕਰ ਦਿੱਤੀਆਂ, ਤੇ ਦੂਸਰੇ ਪਾਤਸ਼ਾਹ ਦੀ ਉਹ ਸਾਡੇ 'ਚ ਕਿਹੜੇ ਗੁਣ ਪੈਦਾ ਕਰਦੇ ਨੇ ਉਹਦੇ ਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਬਖਸ਼ਿਸ਼ ਬੜੀ ਵਿਲੱਖਣ ਕੀਤੀ ਹੈ, ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ। ਉਹ ਬਖਸ਼ਿਸ਼ ਪਤਾ ਕਿਹੜੀ ਹੈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਲਹਿਣਾ ਜੀ ਨੂੰ ਗੁਰ ਅੰਗਦ ਬਣਾਉਂਦੇ ਨੇ ਨਾ, ਤੇ ਜਿਹੜਾ ਉਸ ਸਮੇਂ ਦਾ ਘਟਨਾਕ੍ਰਮ ਹੈ ਉਹਦੀ ਉਦਾਹਰਨ ਤੁਹਾਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲਣੀ, ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇੰਜ ਹੋਇਆ ਹੀ ਨਹੀਂ ਕਿ ਕਿਸੇ ਰਹਿਬਰ ਨੇ ਆਪਣੇ ਜਿਉਂਦੇ ਜੀ ਆਪਣੀ ਜਗ੍ਹਾ ਕਿਸੇ ਨੂੰ ਦੇ ਦਿੱਤੀ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਥਾਪਿਆ ਲਹਿਣਾ ਜੀਵਦੇ ਗੁਰ ਆਈ ਸਿਰ ਛਤਰ ਫਰਾਇਆ। ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਹੀ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਦੀ ਉਦਾਹਰਨ ਇਹ ਸਾਨੂੰ ਕਿਤੇ ਨਹੀਂ ਮਿਲਦੀ। ਹੁਣ ਗੁਰਦੇਵ ਪਾਤਸ਼ਾਹ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਕੇ ਬੈਠੇ ਤੇ ਉਹਨਾਂ ਨੇ ਸਾਡੇ ਵਿੱਚ ਇੱਕ ਵਿਲੱਖਣ ਗੁਣ ਭਰ ਦਿੱਤਾ। ਮੈਂ ਫਿਰ ਉੱਥੇ ਆ ਜਾਵਾਂ ਵੀ ਉਸ ਫੁੱਲ ਦੀ ਬਣਤਰ ਤਾਂ ਗੁਰੂ ਨਾਨਕ ਸਾਹਿਬ ਨੇ ਭਰਤੀ, ਉਹਦੇ 'ਚ ਹੁਣ ਖੁਸ਼ਬੂਆਂ ਜਿਹੜੀਆਂ ਨੇ ਉਹਦੇ ਭੰਡਾਰ ਭਰੇ ਜਾ ਰਹੇ ਨੇ, ਸਿੱਖੀ ਦੇ ਗੁਣ ਭਰੇ ਜਾ ਰਹੇ ਨੇ ਉਹਦੇ ਵਿੱਚ। ਉਹਨਾਂ ਨੇ ਇੱਕ ਬੜੀ ਵਿਲੱਖਣ ਬਖਸ਼ਿਸ਼ ਕਰ ਦਿੱਤੀ। ਉਹ ਵੇਖਣ ਨੂੰ ਸਾਨੂੰ ਬੜੀ ਆਮ ਜੀ ਗੱਲ ਲੱਗਦੀ, ਕਿਉਂਕਿ ਤੁਸੀਂ ਜਦੋਂ ਅਸੀਂ ਪੜ੍ਹਨਾ, ਅਸੀਂ ਸਾਖੀ ਪਰੰਪਰਾ 'ਚੋਂ ਪੜ੍ਹਨਾ, ਅਸੀਂ ਕੀ ਪੜ੍ਹਨਾ ਹੈ ਕਿ ਗੁਰੂ ਸਾਹਿਬ ਸਵੇਰੇ ਨਿਤਨੇਮ ਤੋਂ ਉਪਰੰਤ ਆਪਣੀ ਗੋਦੀ ਦੇ ਵਿੱਚ ਬੈਠੇ ਬਾਲ ਨੂੰ ਪੜ੍ਹਾ ਰਹੇ ਨੇ, ਤੇ ਫਿਰ ਸ਼ਾਮ ਨੂੰ ਮੱਲ ਅਖਾੜੇ ਲਾ ਰਹੇ ਨੇ ਤੇ ਉੱਥੇ ਭਲਵਾਨ ਕੁਸ਼ਤੀਆਂ ਲੜ ਰਹੇ ਨੇ। ਇਹੋ ਪੜਾਂਗੇ ਜੀ ਅਸੀਂ। ਪਰ ਇਸ ਨੂੰ ਵੇਖਣਾ ਪਵੇਗਾ ਕਿ ਗੁਰੂ ਪਾਤਸ਼ਾਹ ਇਹਨਾਂ ਦੋਹਾਂ ਹੀ ਕਰਮਾਂ ਦੇ ਵਿੱਚੋਂ ਸਾਨੂੰ ਬਣਾਉਣਾ ਕੀ ਚਾਹੁੰਦੇ ਨੇ, ਸਾਨੂੰ ਬਣਾਉਣਾ ਕੀ ਚਾਹੁੰਦੇ ਨੇ।
ਸ਼ਬਦ ਦੇ ਨਾਲ ਜੁੜਨ ਕਰਕੇ ਮਨ ਬਲਵਾਨ ਹੁੰਦਾ ਹੈ ਤੇ ਕੁਸ਼ਤੀ ਕਰਕੇ ਤਨ ਬਲਵਾਨ ਹੁੰਦਾ ਹੈ। ਤੇ ਗੁਰੂ ਸਾਹਿਬ ਚਾਹੁੰਦੇ ਕਿ ਸਿੱਖ ਦਾ ਮਨ ਵੀ ਬਲਵਾਨ ਹੋਵੇ ਤੇ ਸਿੱਖ ਦਾ ਤਨ ਵੀ ਬਲਵਾਨ ਹੋਵੇ। ਜੇਕਰ ਮਨ ਬਲਵਾਨ ਹੋਵੇ ਵੀ ਤੇ ਤਨ ਬਲਵਾਨ ਨਾ ਹੋਵੇ, ਬੰਦਾ ਸਰੀਰਕ ਕਰਕੇ ਗੁਲਾਮ ਬਣ ਜਾਂਦਾ ਹੈ। ਤੇ ਜੇਕਰ ਸਰੀਰ ਕਰਕੇ ਮਨੁੱਖ ਜਿਹੜਾ ਹੈ ਉਹ ਤਾਕਤਵਰ ਹੋਵੇ ਪਰ ਉਹ ਮਨ ਕਰਕੇ ਕਮਜ਼ੋਰ ਹੋਵੇ, ਉਹ ਜ਼ਾਲਮ ਬਣ ਜਾਂਦਾ ਹੈ। ਇਤਿਹਾਸ ਦੇ ਵਿੱਚ ਕਈ ਉਦਾਹਰਨਾਂ ਨੇ, ਤੁਸੀਂ ਹਾਲੀਵੁੱਡ ਫਿਲਮ ਵੇਖੀਆਂ ਹੋਣਗੀਆਂ, ਗਲੈਡੀਏਟਰ। ਗਲੈਡੀਏਟ ਦਾ ਮਤਲਬ ਹੀ ਹੈ ਤਲਵਾਰ। ਗਲੈਡੀਏਟਰ ਤਲਵਾਰ ਚੜਾਉਣ ਵਾਲਾ। ਜਿਹੜੇ ਗਲੈਡੀਏਟਰ ਸੀ ਹੁੰਦੇ ਤੇ ਗੁਲਾਮ ਸੀ, ਸਰੀਰ ਕਰਕੇ ਕਿੰਨੇ ਤਗੜੇ। ਸ਼ੇਰਾਂ ਦੇ ਨਾਲ ਲੜਾਏ ਜਾਂਦੇ ਸੀ, ਇਨਸਾਨ ਦੇ ਨਾਲ ਇਨਸਾਨ ਨੂੰ ਲੜਾਇਆ ਜਾਂਦਾ ਸੀ, ਮਰਨ ਤੱਕ, ਮੌਤ ਤੱਕ ਤਮਾਸ਼ਾ ਵੇਖਿਆ ਜਾਂਦਾ ਸੀ। ਪਰ ਉਹ ਸਰੀਰ ਕਰਕੇ ਬਲਵਾਨ ਸੀ, ਪਰ ਉਹ ਸੀ ਕਿਸੇ ਦੇ ਗੁਲਾਮ। ਸਿਕੰਦਰ ਦੇ ਵੇਲੇ ਦੀ ਇੱਕ ਉਦਾਹਰਨ ਹੈ। ਜਦੋਂ ਸਿਕੰਦਰ, ਜਿਸ ਨੂੰ ਅਸੀਂ ਅੰਗਰੇਜ਼ੀ ਤੇ ਅਲੈਗਜ਼ੈਂਡਰ ਪੜ੍ਹਦੇ ਹਾਂ, ਜਦੋਂ ਹਿੰਦੁਸਤਾਨ ਦੇ ਇਲਾਕੇ ਵੱਲ, ਇਸ ਇਲਾਕੇ ਵੱਲ ਆਇਆ ਹੈ, ਤਾਂ ਉਸ ਦੇ ਧਾਰਮਿਕ ਰਹਿਬਰ ਨੇ, ਕੁਝ ਕਿਤਾਬਾਂ 'ਚ ਉਸ ਦਾ ਨਾਮ ਡਿਓਸਨੀਜ਼ ਆਉਂਦਾ ਹੈ, ਉਹਨੂੰ ਇੱਕ ਸਲਾਹ ਦਿੱਤੀ ਹੈ। ਸਿਕੰਦਰ, ਜਿਸ ਇਲਾਕੇ ਦੇ ਵਿੱਚ ਜਾ ਰਿਹਾ ਹੈ ਨਾ, ਉੱਥੋਂ ਦੇ ਧਾਰਮਿਕ ਲੋਕ ਜਿਹੜੇ ਨੇ, ਉਹਨਾਂ ਦੀ ਆਤਮਿਕ ਅਵਸਥਾ ਬੜੀ ਉੱਚੀ ਹੈ। ਜੇ ਹੋ ਸਕੇ ਨਾ ਤੇ ਉੱਥੋਂ ਕੋਈ ਚੰਗਾ ਫਕੀਰ ਜਾਂ ਚੰਗਾ ਸਾਧੂ ਲੈ ਕੇ ਆਵੇ। ਸਿਕੰਦਰ ਜਦੋਂ ਵਾਪਸ ਮੁੜਨ ਲੱਗਾ ਤਾਂ ਬਿਆਸ ਦੇ ਕੰਢੇ ਦੇ ਉੱਪਰ ਉਹਨੂੰ ਯਾਦ ਆਇਆ ਕਿ ਮੇਰੇ ਧਰਮ ਗੁਰੂ ਨੇ ਕਿਹਾ ਸੀ ਕਿ ਉਸ ਇਲਾਕੇ ਦੇ ਵਿੱਚੋਂ ਕੋਈ ਚੰਗਾ ਫਕੀਰ ਜਾਂ ਕੋਈ ਰਹਿਬਰ ਲੈ ਕੇ ਆਵੀਂ। ਕਿਸੇ ਨੂੰ ਪੁੱਛਿਆ ਤੇ ਕਿਸੇ ਨੇ ਦੱਸ ਪਾਈ ਕਿ ਬਿਆਸ ਦੇ ਕੰਢੇ ਦੇ ਉੱਪਰ, ਰੇਤ ਦੇ ਉੱਪਰ ਇੱਕ ਸਾਧੂ ਬੈਠਾ ਰਹਿੰਦਾ ਹੈ। ਲੋਕੀ ਕਹਿੰਦੇ ਨੇ ਕਿ ਬੜਾ ਪਹੁੰਚਿਆ ਹੋਇਆ ਸਾਧੂ ਹੈ। ਸਿਕੰਦਰ ਨੇ ਸੋਚਿਆ ਇਸ ਨੂੰ ਹੀ ਲਿਜਾਣਾ ਚਾਹੀਦਾ ਹੈ। ਉਹ ਰੇਤ ਦੇ ਉੱਪਰ ਲੇਟਿਆ ਹੋਇਆ ਸੀ। ਸਿਕੰਦਰ ਉਸ ਦੇ ਕੋਲ ਗਿਆ ਤੇ ਉਸਨੇ ਕੋਈ ਸਵਾਲ ਹੀ ਕੀਤਾ। ਕਹਿੰਦਾ ਕੌਣ ਹੈ? ਕਹਿੰਦਾ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਰੱਖਣ ਵਾਲਾ ਸਿਕੰਦਰ। ਤੇ ਕਹਿੰਦਾ ਥੋੜਾ ਲੰਬੇ ਹੋ ਕੇ ਖੜਾ ਹੋ, ਧੁੱਪ ਰੁਕ ਰਹੀ ਹੈ, ਮੈਂ ਧੁੱਪੇ ਲੇਟਿਆ ਹੋਇਆ। ਕਹਿੰਦਾ ਸਿਕੰਦਰ ਨੇ ਸੋਚਿਆ ਕਿ ਵਾਕਿਆ ਬੰਦਾ ਨਿਡਰ ਹੈ, ਮੇਰੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਲੰਬੇ ਹੋ ਕੇ ਖੜਾ ਹੋ। ਸਿਕੰਦਰ ਨੂੰ ਇਹ ਗੱਲ ਕਹਿ ਦਿੱਤੀ ਹੈ। ਕਹਿੰਦਾ ਮੈਂ ਤੈਨੂੰ ਲੈ ਜਾਣਾ ਚਾਹੁੰਦਾ। ਕਹਿੰਦਾ ਕਿਉਂ? ਕਹਿੰਦਾ ਕਿ ਮੈਂ ਚਾਹੁੰਦਾ ਕਿ ਤੂੰ ਜਿੰਨਾ ਰੂਹਾਨੀਅਤ ਦਾ, ਆਤਮਿਕ ਦਾ, ਗਿਆਨ ਦਾ ਭੰਡਾਰ ਹੈ, ਤੂੰ ਮੇਰੇ ਦਰਬਾਰ ਦੇ ਵਿੱਚ ਜਾਵੇਂ, ਮੈਂ ਤੈਨੂੰ ਰਾਜ ਦਰਬਾਰ ਦੇ ਵਿੱਚ ਧਰਮ ਗੁਰੂ ਦਾ ਅਹੁਦਾ ਦੇਵਾਂ ਤੇ ਤੂੰ ਆਰਾਮ ਨਾਲ ਸਾਰੀ ਜ਼ਿੰਦਗੀ ਗੁਜ਼ਾਰੇ। ਤੇ ਕਹਿੰਦਾ ਮੈਂ ਹੁਣ ਕੀ ਕਰਨ ਦਿਆਂ? ਹੁਣ ਵੀ ਤੇ ਆਰਾਮ ਹੀ ਕਰ ਰਿਹਾ ਨਾ। ਇੰਨਾ ਕੁਛ ਕਰਨ ਤੋਂ ਬਾਅਦ ਫਿਰ ਆਰਾਮ ਨਾਲ ਪੈਣਾ ਹੈ, ਤੇ ਮੈਂ ਰੇਤ ਤੇ ਹੁਣ ਵੀ ਆਰਾਮ ਦੇ ਨਾਲ ਹੀ ਪਿਆ, ਮੈਂ ਹੁਣ ਕੀ ਕਰ ਰਿਹਾ? ਸਿਕੰਦਰ ਕਹਿੰਦਾ ਨਹੀਂ, ਤੈਨੂੰ ਲੈ ਕੇ ਜ਼ਰੂਰ ਜਾਣਾ। ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਤੂੰ ਮੇਰਾ ਤਨ ਲਿਜਾ ਸਕਦਾ, ਤੂੰ ਮੇਰਾ ਮਨ ਨਹੀਂ ਲਿਜਾ ਸਕਦਾ। ਹੁਣ ਇਹਦਾ ਮਤਲਬ ਉਹ ਮਨ ਕਰਕੇ ਬਲਵਾਨ ਹੈ, ਪਰ ਇਹ ਗੱਲ ਉਹ ਵੀ ਮੰਨ ਗਿਆ ਕਿ ਤੂੰ ਤਨ ਲਿਜਾ ਸਕਦਾ ਹੈ। ਤੇ ਗੁਰੂ ਪਾਤਸ਼ਾਹ ਨੇ ਕਿਹਾ ਨਹੀਂ, ਮੇਰਾ ਸਿੱਖ ਮਨ ਕਰਕੇ ਵੀ ਬਲਵਾਨ ਹੋਵੇਗਾ, ਤਨ ਕਰਕੇ ਵੀ ਬਲਵਾਨ ਹੋਵੇਗਾ। ਤਨ ਕਰਕੇ ਇੰਨਾ ਬਲਵਾਨ ਹੋਵੇਗਾ ਕਿ ਇਹ ਆਪਣਾ ਤਨ ਤਾਂ ਨਹੀਂ ਕਿਸੇ ਦੇ ਨਾਲ ਲਿਜਾਣ ਦੇਵੇਗਾ, ਬਲਕਿ ਜੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਇਸ ਦੇਸ਼ ਦਾ ਤਨ ਲੁੱਟਣ ਵਾਸਤੇ ਲੈ ਕੇ ਜਾਣਗੇ ਤਾਂ ਵੀ ਹਿੱਕਾ ਰੋਕ ਕੇ ਖੜੇਗਾ। ਇਹ ਮਨ ਕਰਕੇ ਵੀ ਬਲਵਾਨ ਹੋਵੇਗਾ, ਇਹ ਤਨ ਕਰਕੇ ਵੀ ਬਲਵਾਨ ਹੋਵੇਗਾ। ਇਤਿਹਾਸ ਦੇ ਵਿੱਚ ਕਿੰਨੀਆਂ ਮਿਸਾਲਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਜ਼ਰਵਾਣੇ ਆਉਂਦੇ ਸੀ, ਹਿੰਦੁਸਤਾਨ ਦੀਆਂ ਹਜ਼ਾਰਾਂ ਦੀ ਗਿਣਤੀ 'ਚ ਸੁੰਦਰ ਔਰਤਾਂ ਨੂੰ ਲੈ ਕੇ ਜਾਂਦੇ ਸੀ। ਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ, ਬਾਬਾ ਬਘੇਲ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਹਰੀ ਸਿੰਘ ਭੰਗੀ ਰਾਹ ਦੇ ਵਿੱਚੋਂ ਛਡਾਉਂਦੇ ਸੀ। ਤੇ ਇਸੇ ਕਰਕੇ ਇਹਨਾਂ ਸਿੰਘਾਂ ਨੂੰ ਇਸ ਖਿੱਤੇ ਦੇ ਲੋਕ ਬੰਦੀ ਛੋੜ ਕਹਿੰਦੇ ਸੀ ਕਿ ਬੰਦੀ ਹੋਈਆਂ ਸਾਡੀਆਂ ਬੱਚੀਆਂ ਨੂੰ ਇਹ ਬਚਾ ਲੈਂਦੇ ਨੇ।